ਇਹ ਤੋਂ ਬਾਅਦ ਇੱਕ ਗੱਲ ਹੋਰ ਹੈ, ਜਿਹੜੇ ਸਾਡੇ ਸਟੇਟ ਸੈਕਟਰ ਦੇ ਪਲਾਂਟ ਨੇ, ਲਹਿਰਾ ਮੁਹੱਬਤ ਹੈ, ਰੋਪੜ ਹੈ, ਉਹਦੇ ਵੀ ਤਕਰੀਬਨ ਅਸੀਂ ਪੌਣੇ 500 ਕਰੋੜ ਰੁਪਏ ਸਾਲਾਨਾ ਬਗੈਰ ਬਿਜਲੀ ਜਿਹੜੀ ਪੈਦਾ ਕੀਤੇ ਉਹ 'ਤੇ ਵੀ ਸਾਡੇ ਖਰਚੇ ਹੁੰਦੇ ਆ। ਸੋ ਇੱਕ ਚੀਜ਼ ਇਹ ਹੈ। ਸੈਕਿੰਡ ਚੀਜ਼, ਸੈਂਟਰਲ ਸੈਕਟਰ ਦੇ ਪ੍ਰੋਜੈਕਟ ਨੇ ਅੰਤਾ, ਔਰੀਆ, ਦਾਦਰੀ ਗੈਸ ਪਲਾਂਟ ਨੇ, ਇਹਨਾਂ ਨੂੰ ਪਿਛਲੇ ਸਾਲ 115 ਕਰੋੜ ਰੁਪਈਆ ਜ਼ੀਰੋ ਐਨਰਜੀ ਲਈ ਜੀ। ਜ਼ੀਰੋ ਐਨਰਜੀ ਆ ਮੇਰੇ ਕੋਲ ਭਾਵੇਂ ਕਾਪੀ ਲੈ ਲਿਓ ਜੀ। ਇਹ ਜ਼ੀਰੋ ਐਨਰਜੀ ਜਿਹੜੀ ਹੈ ਔਰ ਇਹਦੇ ਫਿਕਸ ਚਾਰजेस ਅਸੀਂ ਦਿੱਤੇ। ਮੇਰੇ ਕੋਲ ਜੋ ਡਾਟਾ ਹੈ ਪਿਛਲੇ 6 ਸਾਲ 'ਚ ਇਹਨਾਂ ਪਲਾਂਟਾਂ ਨੂੰ ਅੰਤਾ, ਔਰੀਆ ਅਤੇ ਦਾਦਰੀ 668 ਕਰੋੜ ਰੁਪਈਆ ਅਸੀਂ ਪੇ ਕੀਤਾ। ਇੱਕ ਵੀ ਯੂਨਿਟ ਜਿਹੜੀ ਹੈ ਉਹ ਬਿਜਲੀ ਦੀ ਉਹਨਾਂ ਤੋਂ ਨਹੀਂ ਲਈ। ਇਹ ਚੀਜ਼ ਵੀ ਜਦੋਂ ਅਸੀਂ ਆਰਟੀਕਲ 'ਚ ਹਾਈਲਾਈਟ ਕੀਤੀ, ਹਾਂ NTPC ਦੇ ਪਲਾਂਟ ਨੇ, ਤੇ ਆ ਇੱਕ ਮੇਰੇ ਕੋਲ ਚਿੱਠੀ ਹੈ 12 ਅਗਸਤ 21 ਦੀ। ਇਹਦੇ ਵਿੱਚ ਇਹਨਾਂ ਤਿੰਨਾਂ ਪਲਾਂਟਾਂ ਦੇ ਇਹ ਕੈਂਸਲ ਕਰਤੇ ਜੀ। ਇਹ ਵੀ ਅਸੀਂ ਹੁਣ ਅਸੀਂ ਇਹਨਾਂ ਦੇ ਜਿਹੜਾ ਕੰਟਰੈਕਟ ਹੈ ਉਹ ਤੋਂ ਬਾਹਰ ਜਾਣਾ ਚਾਹੁੰਦੇ ਹਾਂ। ਕਿਹੜੇ ਪਲਾਂਟ? ਇਹ ਅੰਤਾ, ਔਰੀਆ ਅਤੇ ਦਾਦਰੀ। ਇਹ 12 ਅਗਸਤ ਦੀ ਚਿੱਠੀ ਹੈ। ਅਸੀਂ RTI 'ਚ ਲਈ ਜੀ। ਇਹ ਦਾਦਰੀ ਦਿੱਲੀ ਬੋਲ ਦਾਦਰੀ, ਠੀਕ ਹੈ ਜੀ। ਇਹ ਹੈਗੀ ਚਿੱਠੀ ਚੀਫ ਇੰਜੀਨੀਅਰ PPR ਨੇ ਲਿਖੀ ਹੈ ਅਤੇ ਇਹ NTPC ਨੂੰ ਲਿਖੀ ਹੈ, NTPC ਦੇ ਪਲਾਂਟ ਨੇ, ਠੀਕ ਹੈ ਜੀ। ਸੋ ਇੰਨਾ ਖਰਚਾ ਜ਼ੀਰੋ ਪਾਵਰ ਲਈ ਤੇ ਅਸੀਂ ਖਰਚ ਰਹੇ ਹਾਂ, ਉਹਦੇ ਬਾਰੇ ਧਿਆਨ ਨਹੀਂ ਦਿੱਤਾ। ਜਦੋਂ ਅਸੀਂ ਆਪਣੇ ਆਰਟੀਕਲ 'ਚ ਆਹ ਚੀਜ਼ ਹਾਈਲਾਈਟ ਕੀਤੀ ਤੇ ਹੁਣ ਇਹ ਜੋ ਸਾਨੂੰ RTI ਸੂਚਨਾ ਮਿਲੀ ਹੈ, ਇਹਦੇ ਕੰਟਰੈਕਟ ਕੈਂਸਲ ਕੀਤੇ ਗਏ, ਠੀਕ ਹੈ ਜੀ। ਤੀਸਰੀ ਗੱਲ ਜਿਹੜੀ ਹੈ, ਜਿਹੜੀ ਕਿ ਇੱਕ ਮਤਲਬ ਤੱਥਾਂ ਦੇ ਆਧਾਰ 'ਤੇ ਨਹੀਂ ਹੈ, ਉਹ ਗੱਲ ਕੀਤੀ ਜਾਂਦੀ ਹੈ ਸਾਡੇ ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟ ਨੇ, ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਬਿੰਦਵਾਲ ਸਾਹਿਬ, ਇਹਨਾਂ ਦੀ ਟੋਟਲ 3920 ਮੈਗਾਵਾਟ ਪਾਵਰ ਐਡ ਜਿਹੜੀ ਹੈ ਇਹਨਾਂ ਦੀ ਬਣਦੀ ਹੈ ਜੀ। ਅਤੇ ਇਹ ਕਿਹਾ ਜਾਂਦਾ ਹੁਣ ਕਿ ਜੀ 3920 ਨਹੀਂ 2000 ਮੈਗਾਵਾਟ ਅਸੀਂ ਐਡ ਕਰ ਦਿੰਦੇ ਅਤੇ ਸਾਨੂੰ ਫਿਕਸ ਚਾਰजेस ਜਿਹੜਾ ਉਹਦਾ ਭਾਰ ਨਹੀਂ ਸੀ ਝੱਲਣਾ ਪੈਣਾ। ਇਹ ਇੱਕ ਲੌਜਿਕ ਜਿਹੜਾ ਇਹ ਵੀ ਦਿੱਤਾ ਜਾਂਦਾ। ਇਹ ਲੌਜਿਕ ਵੀ ਗਲਤ ਹੈ ਜੀ। ਇਹ ਜੇ ਇਸ ਲੌਜਿਕ ਨਾਲ ਇਹ ਚੱਲਾਂਗੇ, ਜੇ ਇਹਦਾ ਹੱਲ ਕੱਢਾਂਗੇ ਤੇ ਸਾਡਾ ਸਟੇਟ ਨੂੰ ਫਿਰ ਲੋਕਾਂ ਨੂੰ ਨੁਕਸਾਨ ਹੋਏਗਾ। ਕਿਸ ਤਰ੍ਹਾਂ ਹੋਏਗਾ ਮੈਂ ਦੱਸਦਾ ਜੀ। ਦੇਖੋ 14-15 ਸਾਲ 14-15 'ਚ ਸਾਡੀ ਡਿਮਾਂਡ ਸੀ 11534 ਮੈਗਾਵਾਟ। ਇਹ ਮੈਂ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੇ ਡਾਟੇ ਸ਼ੇਅਰ ਕਰ ਰਹੇ ਤੁਹਾਡੇ ਨਾਲ ਜੀ। ਅਤੇ ਅਸੀਂ 10023 ਮੈਗਾਵਾਟ ਜਿਹੜੀ ਹੈ ਉਹ ਮੀਟ ਵਿਦ ਕੀਤੀ ਸੀ 14-15 'ਚ। ਉਸ ਟਾਈਮ ਸਾਡੀ ਇੰਸਟਾਲਡ ਕਪੈਸਿਟੀ ਸੀ 10562 ਮੈਗਾਵਾਟ। 10562 ਮੈਗਾਵਾਟ ਅਤੇ ਅਸੀਂ 10000 ਮੈਗਾਵਾਟ ਸਾਡੀ ਡਿਮਾਂਡ ਸਾਡੇ ਕੋਲ ਸੀਗੀ ਬਿਜਲੀ। ਡਿਮਾਂਡ ਸਾਡੀ ਸੀ 11500 ਅਤੇ ਸਾਡੇ ਕੋਲ 12-13% ਐਨਰਜੀ ਸ਼ਾਰਟ ਸੀਗੀ। ਇਹ ਅਸੀਂ ਉਸ ਐਨਰਜੀ ਸ਼ਾਰਟੇਜ ਤੋਂ ਇਹ ਪਲਾਂਟ ਜਦੋਂ ਲਾਏ ਅਤੇ ਅਸੀਂ ਸਰਪਲਸ ਸਿਚੁਏਸ਼ਨ 'ਚ ਆ ਗਏ। ਪਿਛਲੇ 5-6 ਸਾਲ ਕੱਟ ਨਹੀਂ ਲੱਗੇ, ਐਕਸੈਪਟ ਇਹ ਗਰਮੀਆਂ 'ਚ ਕੱਟ ਲੱਗੇ। ਇਹ ਗਰਮੀਆਂ 'ਚ ਜਿਹੜੀ ਸਾਡੀ ਡਿਮਾਂਡ ਹੈ ਉਹ 15000 ਤਕਰੀਬਨ 500 ਮੈਗਾਵਾਟ ਟੱਚ ਕੀਤੀ। ਉਹਦੇ ਅਗੇਂਸਟ ਸਿਰਫ ਅਸੀਂ 13500 ਮੈਗਾਵਾਟ ਜਿਹੜਾ ਅਸੀਂ ਬਿਜਲੀ ਦਿੱਤੀ। 1500 ਤੋਂ 2000 ਮੈਗਾਵਾਟ ਸਾਡੀ ਸ਼ਾਰਟਫਾਲ ਰਹੀ, ਜਿਹਦਾ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਤਲਵੰਡੀ ਸਾਬੋ ਪਲਾਂਟ ਉਹਦੀ ਇੱਕ ਯੂਨਿਟ ਬੰਦ ਰਹੀ, ਦੂਜੀ ਯੂਨਿਟ ਵੀ ਉਹਦੀ ਬੰਦ ਰਹੀ। ਇੱਕ ਸਾਡੇ ਜਿਹੜਾ ਐਤਕੀ ਇੱਕਦਮ ਲੋਡ ਜਿਹੜਾ ਹੈ ਉਹ 1200 ਮੈਗਾਵਾਟ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੋਇਆ। ਅਤੇ ਇਹ ਜਿਹੜੀਆਂ ਗਰਮੀਆਂ 'ਚ ਪੰਜਾਬ ਦੇ ਲੋਕਾਂ ਨੇ ਕਿਆ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ, ਇਹ ਸਾਡੇ ਸਾਰਿਆਂ ਨੂੰ ਪਤਾ ਹੈ। ਅਤੇ ਇਹ ਨਾ ਹੋਵੇ ਵੀ ਹੁਣ ਅਸੀਂ ਅਗਲੇ ਆਉਣ ਵਾਲੇ ਸਾਲ 'ਚ ਵੀ ਇਹ ਤੋਂ ਕਿਤੇ ਵੱਡੀ ਮੁਸ਼ਕਿਲ 'ਚ ਪੈ ਜਾਈਏ। ਸੋ ਇਹ ਸੀਗੀਆਂ ਪ੍ਰੋਬਲਮਾਂ ਜਿਹੜੀਆਂ ਕਿ ਹੁਣ ਤੱਕ ਮੀਡੀਆ 'ਚ ਜਾਂ ਪਬਲਿਕ ਡੋਮੇਨ 'ਚ ਹੈ, ਜਿਹਦੇ ਬਾਰੇ ਸਾਰੀ ਪੋਲੀਟੀਕਲ ਪਾਰਟੀਆਂ, ਗੌਰਮੈਂਟ, ਮੈਨੇਜਮੈਂਟ PSPCL ਦੀ ਵੀ ਇਹਨਾਂ ਗੱਲਾਂ ਦੇ ਤਕਰੀਬਨ ਆਲੇ ਦੁਆਲੇ ਗੱਲਾਂ ਕਰਦੀ ਹੈ। ਹੁਣ ਅਸੀਂ ਸੈਕਿੰਡ ਪਾਰਟ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ
ਆਹ ਜਿਹੜੀ ਚੀਜ਼ ਹੈ ਇਹਦੇ ਨਾਲ ਕੀ ਗਲਤ ਨਤੀਜੇ ਹੋ ਸਕਦੇ ਆ। ਗਲਤ ਨਤੀਜੇ ਜਿੱਦਾਂ ਮੈਂ ਦੱਸਿਆ ਕਿ ਇੱਕ ਤਾਂ ਬਿਜਲੀ ਸਸਤੀ ਹੋਣ ਦੀ ਬਜਾਏ ਮਹਿੰਗੀ ਹੋ ਸਕਦੀ ਹੈ। ਦੂਸਰਾ ਜਿਹੜਾ ਸਾਡਾ એનર્ਜੀ ਸਿਕਿਉਰਿਟੀ ਹੈ ਸਟੇਟ ਦੀ, ਉਹ 'ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਪਾਵਰ ਕੱਟ ਜਿਹੜੇ ਹੈ ਉਹ ਦੁਬਾਰਾ ਲੱਗ ਸਕਦੇ ਜਾਂ ਪਹਿਲੇ ਨਾਲੋਂ ਜ਼ਿਆਦਾ ਲੱਗ ਸਕਦੇ ਆ। ਸੋ ਆਪਾਂ ਗੱਲ 'ਤੇ ਆਈਏ ਕਿ ਮਹਿੰਗੀ ਬਿਜਲੀ ਕਿਉਂ ਹੋਈ। ਮਹਿੰਗੀ ਬਿਜਲੀ ਇੱਕ ਕਹਿੰਦੇ ਹੈ ਕਿ ਜਿਹੜੇ 3 ਪ੍ਰਾਈਵੇਟ ਥਰਮਲ ਪਲਾਂਟ ਨੇ ਇਹ ਲਾਏ, ਇਹਨਾਂ ਦੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹਦੇ ਕਾਰਨ ਬਿਜਲੀ ਮਹਿੰਗੀ ਹੋਈ ਹੈ। ਇਹ ਕਾਰਨ ਦਿੰਦੇ ਆ ਵੀ ਬਿਜਲੀ ਮਹਿੰਗੀ ਹੋਣ ਦਾ ਇਹ ਕਾਰਨ। ਦੂਸਰਾ ਹੈ ਕਿ ਇਹਨਾਂ ਦੀ ਪਰਫਾਰਮੈਂਸ ਅੱਛੀ ਨਹੀਂ, ਇਹ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਅਤੇ ਇਹ ਜਿਹੜਾ ਸਾਡਾ ਇਸ ਗਰਮੀਆਂ 'ਚ ਜਿਹੜਾ ਸਾਡਾ ਫਿਰ ਪਾਵਰ ਕੱਟ ਸਾਨੂੰ ਲਾਣੇ ਪਏ। ਸੋ ਹੁਣ ਆਈਏ ਅਸੀਂ ਕੀ, ਇਹ ਤਾਂ ਹੋ ਗਈ ਗੱਲ। ਹੁਣ ਇਹ ਹੈ ਵੀ ਪਾਵਰ ਸੈਕਟਰ ਰਿਫਾਰਮਸ ਫੋਰਮ ਇਹ ਕੀ ਕਹਿਣਾ ਚਾਹੁੰਦਾ ਹੈ ਕਿ ਸਾਡਾ ਡਾਇਗਨੋਸ ਕੀ ਹੈ, ਅਸੀਂ ਕੀ ਸੋਚਦੇ ਹਾਂ ਕਿ ਪਾਵਰ ਸੈਕਟਰ ਪੰਜਾਬ ਵਿੱਚ ਕੀ ਪ੍ਰੋਬਲਮ ਨੇ ਅਤੇ ਕੀ ਹੱਲ ਅਸੀਂ ਸੋਚਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਮੈਂ ਹੁਣ ਮੈਂ ਸਾਂਝੀ ਕਰਦਾ। ਸੋ ਸਾਡਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਰਚੇਜ਼ ਦੀ ਕਾਸਟ ਵੱਧ ਗਈ। ਦੂਜਾ ਸਟੇਟ ਵਿੱਚ ਬਿਜਲੀ ਚੋਰੀ 'ਚ ਵਾਧਾ ਹੋਇਆ। ਅਤੇ ਤੀਸਰਾ ਜਿਹੜੇ ਇਲੈਕਟ੍ਰਿਸਿਟੀ ਡਿਊਟੀ ਜਾਂ ਜਿਹੜੇ ਗੌਰਮੈਂਟ ਲੈਵੀਜ਼ ਨੇ ਉਹ ਹਾਈਐਸਟ ਇਨ ਦੀ ਕੰਟਰੀ ਨੇ। ਇਹ ਤਿੰਨੋਂ ਚੀਜ਼ਾਂ ਮਿਲ ਕੇ ਕੰਜ਼ਿਊਮਰ ਤੱਕ 9 ਤੋਂ 10 ਰੁਪਏ ਜਿਹੜੀ ਬਿਜਲੀ ਜਿਹੜੀ ਹੈ ਉਹਨੂੰ ਬਿੱਲ ਕਰਨੀ ਪੈਂਦੀ ਹੈ, ਜਿਹਨੇ ਕਿ ਉਹਦਾ ਲੱਕ ਤੋੜਿਆ ਹੋਇਆ। ਉਹ 'ਤੇ ਸਾਨੂੰ ਉਹਨੂੰ ਰਾਹਤ ਦਿਵਾਉਣੀ ਚਾਹੀਦੀ ਹੈ। ਅਤੇ ਜਿਹੜੀ ਸਾਡਾ ਸਮਝਣਾ ਹੈ ਕਿ ਜਿਹੜੇ ਪਲਾਂਟ ਲੱਗੇ ਸੀਗੇ 3920 ਮੈਗਾਵਾਟ ਦੇ, ਇਹ ਉਸ ਟਾਈਮ ਸਟੇਟ ਦੀ ਲੋੜ ਸੀਗੀ, ਸਾਡੀ ਡੈਫੀਸਿਟ ਸਟੇਟ ਸੀ, ਪਾਵਰ ਕੱਟ ਬੜੇ ਲੱਗਦੇ ਸੀਗੇ ਅਤੇ ਪਲਾਂਟ ਸਾਨੂੰ ਲੋੜ ਸੀਗੀ, ਇਹ ਲਾਣੇ ਚਾਹੀਦੇ ਸੀਗੇ ਔਰ ਸਹੀ ਲੱਗੇ। ਪਰ ਗਲਤੀ ਹੋਈ ਇੱਕ, ਉਹ ਗਲਤੀ ਇਹ ਹੋਈ ਕਿ ਇਹ ਪਲਾਂਟ ਤਿੰਨੋਂ ਪ੍ਰਾਈਵੇਟ ਸੈਕਟਰ 'ਚ ਲਾਤੇ। ਇਹ ਗਲਤੀ ਹੋਈ। ਜੇ ਉਹ ਪਲਾਂਟ ਤਿੰਨਾਂ 'ਚੋਂ 2 ਸਟੇਟ ਸੈਕਟਰ ਚਲਾਏ ਹੁੰਦੇ ਅਤੇ ਨਾ ਤਾਂ ਬਿਜਲੀ ਮਹਿੰਗੀ ਹੋਣੀ ਸੀ ਅਤੇ ਨਾ ਸਾਨੂੰ ਬਿਜਲੀ ਦੀ ਘਾਟ ਹੋਣੀ ਸੀ। ਇਹ ਉਸ ਟਾਈਮ ਐਕਸਪਰਟਸ ਨੇ ਵੀ ਉਸ ਟਾਈਮ ਦੀ ਸਟੇਟ ਗੌਰਮੈਂਟ ਨੂੰ ਉਹਨਾਂ ਨੂੰ ਕਿਹਾ ਕਿ ਇੰਨੀ ਪ੍ਰਾਈਵੇਟਾਈਜੇਸ਼ਨ ਨਾ ਕਰੋ, ਪਰ ਉਸ ਟਾਈਮ ਦੀ ਸਟੇਟ ਗੌਰਮੈਂਟ ਨੇ ਜਿਹੜੀ ਰੂਲਿੰਗ ਗੌਰਮੈਂਟ ਸੀਗੀ ਉਹਨਾਂ ਨੇ ਐਕਸਪਰਟਸ ਦੀ ਗੱਲ ਨਹੀਂ ਸੁਣੀ। ਤਿੰਨੋਂ ਪਲਾਂਟ ਜਿਹੜੇ ਆ ਪ੍ਰਾਈਵੇਟ ਸੈਕਟਰ ਚਲਾਏ। ਨੰਬਰ 1। ਨੰਬਰ 2, ਪੂਰੇ ਦੇਸ਼ ਵਿੱਚ ਪੰਜਾਬ ਇੱਕ ਸੂਬਾ ਹੈ ਜਿਹਨੇ ਕਿ ਸਟੇਟ ਸੈਕਟਰ 'ਚ ਸੁਪਰ ਕ੍ਰਿਟੀਕਲ ਟੈਕਨੋਲੋਜੀ ਦਾ ਕੋਈ ਪਲਾਂਟ ਨਹੀਂ ਲਾਇਆ। ਹਰਿਆਣੇ ਨੇ ਪਲਾਂਟ ਲਾਇਆ, ਰਾਜਸਥਾਨ ਨੇ ਲਾਇਆ, ਯੂਪੀ ਨੇ ਲਾਇਆ, ਗੁਜਰਾਤ ਨੇ ਲਾਇਆ। ਸਾਡੇ ਸੁਪਰ ਕ੍ਰਿਟੀਕਲ ਜਿਹੜੀ ਨਵੀਂ ਟੈਕਨੋਲੋਜੀ ਵਾਲਾ ਪਲਾਂਟ ਸਟੇਟ ਸੈਕਟਰ 'ਚ ਕੋਈ ਨਹੀਂ ਲੱਗਾ। ਸਾਡੀ ਜਿਹੜੀ ਹੈ ਸਟੇਟ ਸੈਕਟਰ ਦੇ ਪਲਾਂਟਾਂ ਦੀ ਜਿਹੜੀ ਥਰਮਲ ਬਿਜਲੀ ਹੈ ਉਹਦਾ ਪੂਰੇ ਸਟੇਟ ਵਿੱਚ ਕਿਸੇ ਟਾਈਮ 45% ਤੋਂ ਵੱਧ ਹਿੱਸੇਦਾਰੀ ਸੀ। ਅੱਜ ਮਹਿਜ਼ ਉਹ ਹਿੱਸੇਦਾਰੀ ਥਰਮਲ ਦੀ ਸਟੇਟ ਸੈਕਟਰ ਪਲਾਂਟਾਂ ਦੀ 3% ਰਹਿ ਗਈ ਹੈ, ਜਿਹੜੀ ਕਿ ਦੇਸ਼ ਵਿੱਚ ਸਭ ਤੋਂ ਘੱਟ ਹੈ। ਦੇਖੋ ਹਰਿਆਣੇ ਕੋਲ 2720 ਮੈਗਾਵਾਟ ਆਪਣਾ ਸਟੇਟ ਵਿੱਚ ਸਮਰੱਥਾ ਹੈ, ਰਾਜਸਥਾਨ ਕੋਲ 6510 ਮੈਗਾਵਾਟ, ਯੂਪੀ ਕੋਲ 5400 ਮੈਗਾਵਾਟ, ਗੁਜਰਾਤ ਜਿਹਨੂੰ ਕਹਿੰਦੇ ਵੀ ਇੰਨੀ ਪ੍ਰਾਈਵੇਟ ਹੈ ਉਹਦੇ ਕੋਲ ਵੀ ਆਪਣੀ 5550 ਮੈਗਾਵਾਟ ਆਪਣੀ ਸਟੇਟ ਦੀ ਸਮਰੱਥਾ ਹੈ। ਸੋ ਇਹ ਸਾਡੇ ਪਲਾਂਟ ਨੇ ਉਹ ਇੱਕ ਤਾਂ ਸਟੇਟ ਸੈਕਟਰ 'ਚ ਬਠਿੰਡਾ ਬੰਦ ਹੋ ਗਿਆ, ਰਹਿ ਗਏ। ਦੂਜੇ ਜਿਹੜੇ ਹੈਵੀ ਉਹਨਾਂ ਦਾ ਪਲਾਂਟ ਲੋਡ ਫੈਕਟਰ ਜਿਹੜਾ ਹੈ ਉਹ ਦੇਸ਼ ਵਿੱਚ ਸਭ ਤੋਂ ਘੱਟ ਹੈ ਜੀ, 12.5%। ਕਿਸੇ ਵੀ ਸਟੇਟ ਸੈਕਟਰ ਜਿਹੜੇ ਪਲਾਂਟ ਨੇ ਇੰਨਾ ਘੱਟ ਨਹੀਂ ਹੈ। ਸੋ ਪੰਜਾਬ ਇਸ ਪਾਸੇ ਪਛੜ ਗਿਆ। ਸੋ ਸਾਡਾ ਇਹ ਕਹਿਣਾ ਹੈ ਕਿ ਇੰਸਟੈਡ ਵੀ ਉਹ ਇਹ ਗੱਲ ਕਰੀਏ ਕਿ ਉਹਨਾਂ ਨੂੰ ਫਿਕਸ ਚਾਰਜਸ ਦਿੰਦੇ ਆ, ਉਹ ਕਹਿਣਾ ਗਲਤ ਹੈ। ਇਹ ਕਹੀਏ ਵੀ 4000 ਮੈਗਾਵਾਟ ਕਿਉਂ ਐਡ ਹੋਏ, ਇਹ ਗਲਤ ਹੈ। ਸਾਡਾ ਇਹ ਸਮਝਣਾ ਹੈ ਕਿ ਉਹ ਪ੍ਰਾਈਵੇਟ ਸੈਕਟਰ 'ਚ ਕਿਉਂ ਲਾਏ ਜੀ। ਉਹ ਅਸਲੀ ਜਿਹੜੀ ਪ੍ਰੋਬਲਮ ਦਾ ਕਾਰਨ ਹੈ, ਉਹ ਪ੍ਰੋਬਲਮ ਦਾ ਜਦ ਤੱਕ ਹੱਲ ਨਹੀਂ ਨਿਕਲੇਗਾ, ਉਹ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਜਿਹੜੀ ਹੈ ਜਦ ਤੱਕ ਸਟੇਟ ਗੌਰਮੈਂਟ ਰਿਵਾਈਜ਼ ਨਹੀਂ ਕਰੇਗੀ, ਤਦ ਤੱਕ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਝੱਲਣੀ ਪਏਗੀ। ਅਤੇ ਜੇ ਹੋਰ ਕੋਈ ਛੇੜਛਾੜ ਕੀਤੀ
ਤੇ ਪਾਵਰ ਕੱਟ ਤੇ એનર્ਜੀ ਸੰਕਟ, ਇੱਥੇ ਪਾਵਰ ਸੰਕਟ ਸਟੇਟ ਵਿੱਚ ਆ ਸਕਦਾ ਹੈ। ਇਹ ਸਾਡੀ ਸਮੂਹਿਕ ਸੋਚ ਹੈ। ਇਹ ਤੁਹਾਡੇ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਹਾਂ। ਹੁਣ ਗੱਲ ਇਹ ਹੈ ਕਿ ਇਹ ਜਿਹੜੇ ਪਲਾਂਟ ਨੇ, 3 ਪਲਾਂਟ ਨੇ, ਇੱਕ ਤਲਵੰਡੀ ਸਾਬੋ ਹੈ, ਇੱਕ ਰਾਜਪੁਰਾ, ਇੱਕ ਗੋਇੰਦਵਾਲ ਸਾਹਿਬ ਹੈ। ਇਹ ਜੇ ਸਟੇਟ ਸੈਕਟਰ 'ਚ ਆ ਜਾਣ ਤੇ ਅਸੀਂ ਕਹਿ ਰਹੇ ਹਾਂ ਕਿ ਇਹ ਬਿਜਲੀ ਇੱਥੇ ਪਰਯਾਪਤ ਮਾਤਰਾ ਵਿੱਚ ਸਸਤੀ ਹੋਏਗੀ। ਉਹ ਕਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ, ਕਿਉਂ ਕਹਿ ਰਹੇ ਹਾਂ ਅਸੀਂ, ਮੈਂ ਉਹਦੇ ਤੁਹਾਡੇ ਨਾਲ ਤੱਥ ਜਿਹੜੇ ਹੈ ਉਹ ਵੀ ਸਾਂਝੇ ਕਰਾਂਗਾ ਵੀ ਕੀ ਫੈਕਟਸ ਐਂਡ ਫਿਗਰਸ ਨੇ ਕਿ ਜੇ ਆਪਾਂ ਇਹ ਚੀਜ਼ ਕਰ ਲਈਏ ਤਾਂ ਸਾਡੇ ਇਹ ਬਿਜਲੀ ਸਸਤੀ ਹੋ ਜਾਏਗੀ। ਸਾਡੇ ਦੇਖੋ ਸਟੇਟ ਕੋਲ ਆਪਣਾ ਪਛਵਾੜਾ ਦੀ ਕੋਲ ਮਾਈਨ ਹੈ, ਜਿਹੜਾ ਕਿ ਪਿੱਛੇ ਜੇ ਹੁਣ ਪਿਛਲੇ ਹਫ਼ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਫੈਸਲਾ ਕੀਤਾ ਕਿ ਉਹਦੀ ਮਾਈਨਿੰਗ ਸ਼ੁਰੂ ਕਰੋ। ਇਹ ਸਾਨੂੰ ਮਾਈਨ 2001 'ਚ ਅਲਾਟ ਹੋਈ ਸੀ। ਇਹਦੇ ਵਿੱਚ ਤਕਰੀਬਨ ਐਸਟੀਮੇਟਡ 450 ਮਿਲੀਅਨ ਟਨ ਕੋਲਾ ਹੈ ਔਰ ਉਹ ਕੋਲਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ। ਉਹਦੇ ਵਿੱਚ ਮਤਲਬ ਹਾਈ ਕੈਲੋਰੀਫਿਕ ਵੈਲਿਊ ਦਾ ਕੋਲਾ ਹੈ, ਤਕਰੀਬਨ 4300-4400 ਕੈਲੋਰੀਫਿਕ ਵੈਲਿਊ ਜਿਹੜਾ ਉਹਦਾ ਕੋਲਾ ਹੈ। ਤੇ ਉਹ ਕੋਲਾ ਪਿਛਲੇ 6 ਸਾਲ ਤੋਂ ਉਹਦੀ ਖੁਦਾਈ ਨਹੀਂ ਹੋ ਰਹੀ, ਮਾਈਨਿੰਗ ਨਹੀਂ ਹੋ ਰਹੀ। ਉਹ ਅਸੀਂ ਕੋਲਾ ਹੁਣ ਮਾਈਨ ਕਰੀਏ ਤੇ ਉਹਨੂੰ ਕੋਲਾ ਜਿਹੜਾ ਹੈ ਸਾਡੇ ਸਟੇਟ ਸੈਕਟਰ 'ਚ ਦੇ ਪਲਾਂਟਾਂ 'ਤੇ ਯੂਜ਼ ਹੋ ਸਕਦਾ ਹੈ। ਪਰ ਸਾਡੇ ਜਿਹੜੇ ਐਗਜ਼ਿਸਟਿੰਗ ਪਲਾਂਟ ਨੇ, ਉਹ ਪੁਰਾਣੀ ਟੈਕਨੋਲੋਜੀ ਦੇ ਪਲਾਂਟ ਨੇ, ਉਹ ਵਰਤੋਂ 'ਚ ਨਹੀਂ ਆਉਂਦੇ। ਉੱਥੇ ਉਹ ਕੋਲਾ ਜਿਹੜਾ ਉਨਾ ਨਹੀਂ ਇਸਤੇਮਾਲ ਹੋਏਗਾ। ਜਿਹੜੇ ਪ੍ਰਾਈਵੇਟ ਪਲਾਂਟ ਨੇ, ਰਾਜਪੁਰਾ ਪਲਾਂਟ ਤੇ ਗੋਇੰਦਵਾਲ ਸਾਹਿਬ ਪਲਾਂਟ ਹੈ, ਉਹਨਾਂ ਨੇ 1 ਸਾਲ ਹੋ ਗਿਆ ਸਾਨੂੰ PSPCL ਨੂੰ, ਸਟੇਟ ਗੌਰਮੈਂਟ ਨੂੰ ਚਿੱਠੀ ਲਿਖੀ ਹੈ ਕਿ ਇਹਨੂੰ ਤੁਸੀਂ ਲੈ ਲਓ। ਤੇ ਸਾਨੂੰ ਚਾਹੀਦਾ ਹੈ ਕਿ ਉਹ ਪਲਾਂਟ ਜਿਹੜੇ ਹੈ ਉਹ ਗੌਰਮੈਂਟ ਸੈਕਟਰ 'ਚ ਲਈਏ, ਆਪਣਾ ਕੋਲਾ ਉੱਥੇ ਵਰਤੀਏ। ਸਾਡੀ ਜਿਹੜੀ ਟ੍ਰੇਨਡ ਥਰਮਲ ਮੈਨ ਪਾਵਰ ਹੈ, ਜਿਹੜੀ ਕਿ ਸਾਡੇ ਥਰਮਲ ਪਲਾਂਟ 'ਤੇ ਉਹਦੀ ਯੂਟੀਲਾਈਜੇਸ਼ਨ ਨਹੀਂ ਹੋ ਰਹੀ। ਅਸੀਂ ਵਾਧੂ ਦਾ ਖਰਚਾ ਜਿਹੜਾ ਪ੍ਰਾਈਵੇਟ ਲੋਕਾਂ ਨੂੰ ਦੇ ਰਹੇ ਆ, ਉਹ ਮੈਨ ਪਾਵਰ ਵੀ ਅਸੀਂ ਉੱਥੇ ਵਰਤੀਏ ਤੇ ਉਹਦੇ ਨਾਲ ਸਾਡੇ ਫਿਕਸ ਚਾਰਜਿਸ ਵੀ ਘਟਣਗੇ, ਸਾਡੇ ਵੇਰੀਏਬਲ ਚਾਰਜਿਸ ਜਿਹੜੇ ਹੈ ਉਹ ਵੀ ਘਟ ਜਾਣਗੇ। ਤੇ ਦੂਸਰਾ ਹੈ ਕਿ ਇਹ ਜਿਹੜੇ ਪਲਾਂਟ ਨੇ ਪ੍ਰਾਈਵੇਟ, ਇਹ ਜਿੱਦਾਂ ਸੋਲਰ ਬਿਜਲੀ ਹੁਣ ਸਸਤੀ ਗ੍ਰਿਡ 'ਚ ਅਵੇਲੇਬਲ ਹੈ, ਉਹਦੇ ਨਾਲ ਇਹਨਾਂ ਦਾ ਪਲਾਂਟ ਲੋਡ ਫੈਕਟਰ ਪ੍ਰਾਈਵੇਟ ਪਲਾਂਟਾਂ ਦਾ ਵੀ ਡਾਊਨ ਜਾ ਰਿਹਾ। ਜਦੋਂ ਪਲਾਂਟ ਲੋਡ ਫੈਕਟਰ ਡਾਊਨ ਜਾਂਦਾ ਹੈ, ਉਹਦੀ ਫਿਕਸ ਚਾਰਜਿਸ ਦੀ ਪੇਮੈਂਟ ਵੀ ਵੱਧ ਜਾਂਦੀ ਹੈ, ਬਿਜਲੀ ਮਹਿੰਗੀ ਹੋ ਜਾਂਦੀ ਹੈ। ਤੇ ਉਹ ਅਸੀਂ ਜੇ ਪਲਾਂਟ ਰਾਜਪੁਰਾ ਤੇ ਗੋਇੰਦਵਾਲ ਸਾਹਿਬ ਸਟੇਟ ਸੈਕਟਰ 'ਚ ਲੈ ਲਈਏ, ਜੇ ਉੱਥੇ ਆਪਣੀ ਮਾਈਨ ਦਾ ਆਪਣਾ ਕੋਲਾ, ਸਟੇਟ ਦਾ ਕੋਲਾ ਅਸੀਂ ਉੱਥੇ ਵਰਤੀਏ ਤੇ ਉਹਦੇ ਫਿਕਸ ਚਾਰਜਿਸ ਸਰੈਂਡਰਡ ਪਾਵਰ ਦੇ ਵੀ ਘਟਣਗੇ, ਉਹਦਾ ਪਲਾਂਟ ਲੋਡ ਫੈਕਟਰ ਵੀ ਇੰਪਰੂਵ ਹੋਏਗਾ, ਸਾਡੀ ਟ੍ਰੇਨਡ ਮੈਨ ਪਾਵਰ ਜਿਹੜੀ ਹੈ ਵਰਤੋਂ 'ਚ ਵੀ ਆ ਜਾਏਗੀ। ਸਾਡੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਜਿਹੜੀ ਕਿ ਇੱਕ ਸਟੇਟ ਦੀ ਕੰਪਨੀ ਹੈ, ਲੋਕਾਂ ਦੀ ਕੰਪਨੀ ਹੈ, ਉਹ ਜਿਹੜੀ ਹੈ ਉਹ ਵਧੇ ਫੁੱਲੇਗੀ। ਉਹਦਾ ਫਾਇਦਾ ਜਿਹੜਾ ਸਿੱਧਾ ਲੋਕਾਂ ਨੂੰ ਜਾਏਗਾ ਤੇ ਉਹਦਾ ਵਿੱਤੀ ਹਾਲਤ ਵੀ ਇੰਪਰੂਵ ਹੋਏਗੀ। ਇਹਦੇ ਵਿੱਚ ਹਰ ਪਾਸੇ ਜਿਹੜੀ ਵਿਨ ਵਿਨ ਸਿਚੁਏਸ਼ਨ ਹੈ ਸਟੇਟ ਲਈ। ਪਰ ਸਾਨੂੰ ਜਿਹੜਾ ਇਹਦੇ ਵਿੱਚ ਬੜਾ ਦੁੱਖ ਹੁੰਦਾ ਹੈ ਕਿ ਇਹ ਸਵਾਰੇ ਇਹਨਾਂ ਨੂੰ ਜੋ ਅਸਲੀ ਪ੍ਰੋਬਲਮ ਹੈ ਉਹ ਪੰਜਾਬ ਦੀ, ਉਹ ਜਿਹੜੀ ਮਹਿੰਗੀ ਬਿਜਲੀ ਦੀ, ਉਹਦੇ ਬਾਰੇ ਨਹੀਂ ਗੱਲ ਕੀਤੀ ਜਾਂਦੀ। ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ। ਅਸਲੀ ਜਿਹੜੀ ਪ੍ਰੋਬਲਮ ਦਾ ਜੜ ਦਾ ਹੈ ਉਹ ਹੈ ਕਿ ਪ੍ਰਾਈਵੇਟਾਈਜੇਸ਼ਨ ਜਨਰੇਸ਼ਨ ਦੀ ਕਿਉਂ ਇੰਨੀ ਕੀਤੀ ਗਈ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਲੈਕਟ੍ਰਿਸਿਟੀ 2003 'ਚ ਜਨਰੇਸ਼ਨ ਡੀ ਲਾਇਸੈਂਸ ਹੋ ਗਈ ਸੀ ਤੇ ਪੰਜਾਬ ਇੱਕ ਸੂਬਾ ਹੈ ਜਿਹਨੇ ਕਿ ਸਭ ਤੋਂ ਵੱਧ ਟੋਟਲ ਪ੍ਰਾਈਵੇਟਾਈਜੇਸ਼ਨ ਕਰਤੀ। ਕੋਈ ਵੀ ਦੇਸ਼ ਦਾ ਸੂਬਾ ਨਹੀਂ ਹੈ ਜਿਹਨੇ ਕਿ ਇੰਨੀ ਪ੍ਰਾਈਵੇਟਾਈਜੇਸ਼ਨ ਕੀਤੀ। ਉਸ ਪ੍ਰਾਈਵੇਟਾਈਜੇਸ਼ਨ ਦਾ ਨਤੀਜਾ ਜਿਹੜਾ ਹਰਜਾਨਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ, ਇਹ ਰਿਵਰਸ ਕਰਨਾ ਪੈਣਾ। ਇਹ ਰਿਵਰਸ ਕਰਾਂਗੇ ਤਾਂ ਹੀ ਸਾਡੀ ਬਿਜਲੀ ਸਸਤੀ ਹੋਏਗੀ। ਤੇ ਤੀਸਰਾ ਪੁਆਇੰਟ ਹੈ ਉਹ ਇਲੈਕਟ੍ਰਿਸਿਟੀ ਡਿਊਟੀ ਜਾਂ ਜਿਹੜੀਆਂ ਇਨਫਰਾਸਟਰਕਚਰ ਸੈਸ ਜਿਹੜਾ ਹੈ ਉਹ 18 ਤੋਂ 20% ਜਿਹੜਾ ਬਿੱਲਾਂ 'ਚ ਲੱਗਦਾ ਹੈ, ਜਿਹੜਾ PSPCL ਦਾ ਬਿੱਲ ਪਲੱਸ ਗੌਰਮੈਂਟ ਲੈਵੀਜ਼ ਟੋਟਲ ਜਿਹੜਾ ਹੈ ਉਹ ਖਪਤਕਾਰ ਨੂੰ ਪੇ ਕਰਨਾ ਪੈਂਦਾ। ਉਹ ਵੀ ਸਾਡਾ ਪੰਜਾਬ ਵਿੱਚ ਹਾਈਐਸਟ ਇਨ ਦੀ ਕੰਟਰੀ ਹੈ। ਡੋਮੈਸਟਿਕ ਕੰਜ਼ਿਊਮਰ ਨੂੰ ਐਵਰੇਜ 133 ਪਰ ਯੂਨਿਟ ਜਿਹੜਾ ਹੈ ਉਹ ਆਹ ਗੌਰਮੈਂਟ ਸੈਸ ਦੇਣਾ ਪੈਂਦਾ ਹੈ। ਹਿਮਾਚਲ 'ਚ 15 ਪੈਸੇ ਪਰ ਯੂਨਿਟ ਹੈ, UP 'ਚ ਸਿਰਫ 5 ਪੈਸੇ ਪਰ ਯੂਨਿਟ ਹੈ,
ਹਰਿਆਣੇ ਵਿੱਚ 21 ਪੈਸੇ ਪਰ ਯੂਨਿਟ ਹੈ, ਦਿੱਲੀ ਵਿੱਚ 25 ਪੈਸੇ ਪਰ ਯੂਨਿਟ ਹੈ ਅਤੇ ਚੰਡੀਗੜ੍ਹ ਵਿੱਚ ਸਿਰਫ 9 ਪੈਸੇ ਪਰ ਯੂਨਿਟ ਹੈ। ਸੋ 4000 ਕਰੋੜ ਰੁਪਈਆ ਤਾਂ ਇਹਦੇ ਥਰੂ ਹੀ ਗੌਰਮੈਂਟ, ਪੰਜਾਬ ਗੌਰਮੈਂਟ ਜਿਹੜੀ ਕਲੈਕਟ ਕਰਦੀ ਹੈ। ਉਹ ਵੀ ਬਿੱਲਾਂ 'ਚ ਇਹ ਲੈਵੀ ਜਿਹੜੀ ਇਲੈਕਟ੍ਰਿਸਿਟੀ ਡਿਊਟੀ ਹੈ ਉਹਨੂੰ ਵੀ ਜੇ ਰੈਸ਼ਨਲਾਈਜ਼ ਕੀਤਾ ਜਾਵੇ, ਉਹਦੇ ਨਾਲ ਵੀ ਜਿਹੜੀ ਇਲੈਕਟ੍ਰਿਸਿਟੀ ਬਿੱਲ ਹੈ ਉਹ ਘੱਟ ਸਕਦੇ ਹੈ ਲੋਕਾਂ ਦੇ। ਸੋ ਬਾਕੀ ਜਿਹੜੀ ਹੈ ਥੈਫਟ ਬਾਰੇ ਬਹੁਤ ਪਿਛਲੇ ਸਾਲਾਂ 'ਚ ਥੈਫਟ ਆਫ ਐਨਰਜੀ ਬਹੁਤ ਵਧੀ ਹੈ। ਇੱਕ ਸਕੀਮ ਸੀ ਅਸੀਂ ਕੀਤੀ ਵੀ ਪਿੱਲਰ ਬਾਕਸ ਦੀ ਮੀਟਰ ਬਾਹਰ ਕੱਢੇ ਸੀ, ਉਹਦੇ ਨਾਲ ਥੈਫਟ 'ਤੇ ਬੜਾ ਠੱਲ ਪਈ ਸੀ। ਅਤੇ ਨੰਬਰ 1 ਨੰਬਰ 2 ਪਿੰਡਾਂ 'ਚ ਬਿਜਲੀ ਸਪਲਾਈ ਨੇ ਵੀ ਉਹਨੇ ਬੜੀ ਇੰਪਰੂਵਮੈਂਟ ਕੀਤੀ ਸੀ ਜੀ। ਕੋਈ ਟਰਾਂਸਫਾਰਮਰ ਸੜਨੇ ਬੰਦ ਹੋ ਗਏ, ਕੰਪਲੇਂਟਾਂ ਬੰਦ ਹੋ ਗਈਆਂ, ਵੋਲਟੇਜ ਰੈਗੂਲੇਸ਼ਨ ਅੱਛੀ ਹੋਈ ਅਤੇ PSPCL ਦੇ ਖਜ਼ਾਨੇ ਵੀ ਭਰ ਗਏ। ਉਹ ਹੁਣ ਸਾਰੇ ਮੀਟਰ ਜਿਹੜੇ ਬਾਹਰ ਕੱਢੇ ਹੋਏ ਆ, ਉਹ ਪਿੱਲਰ ਬਾਕਸ ਜਿਹੜੇ ਨੇ ਉਹਨਾਂ ਦੀ ਦੇਖ ਰੇਖ ਤਾਂ ਕੀ, ਹੁਣ ਉੱਥੇ ਉਹਦੀਆਂ ਸੀਲਾਂ ਵੀ ਨਹੀਂ ਲੱਗੀਆਂ, ਖੁੱਲ੍ਹੇ ਪਏ ਨੇ, ਬੁਰਾ ਹਾਲ ਹੈ। ਅਤੇ ਉਹ ਸਾਰਾ ਜਿਹੜਾ ਥੈਫਟ ਹੈਗੀ ਹੈ ਉਹ ਇਹ ਕਾਫੀ ਵੱਡੀ ਮਾਤਰਾ 'ਚੋਂ ਵਧੀ ਹੈ। ਆਹ ਮੇਰੇ ਕੋਲ ਕਾਗਜ਼ ਹੈ, ਆਹ ਦੇਖੋ ਕਿ ਭੀਖੀਵਿੰਡ ਡਿਵੀਜ਼ਨ ਹੈ, ਇਹਦੇ ਆਹ PSPCL ਦਾ ਆਪਣਾ ਕਾਗਜ਼ ਹੈ। 71% ਜਿਹੜੇ ਲੌਸਿਸ ਨੇ ਜੀ, ਪੱਟੀ ਵਿੱਚ 64% ਲੌਸਿਸ ਨੇ, ਭਗਤਾ ਭਾਈ ਕਾ 49% ਲੌਸਿਸ ਨੇ, ਪਾਤੜਾ 47% ਲੌਸਿਸ ਨੇ, ਅਤੇ ਜੀਰਾ 50.58% ਲੌਸਿਸ ਨੇ। ਇਹ ਡਿਵੀਜ਼ਨਾਂ ਨੇ, ਇੰਨੇ ਜ਼ਿਆਦਾ ਲੌਸਿਸ ਨੇ ਅਤੇ ਇੰਨੀ ਜ਼ਿਆਦਾ ਚੋਰੀ ਹੈ। ਇਹ ਚੋਰੀ ਕਿਹਨੇ ਕਰਨੀ ਹੈ ਕੰਟਰੋਲ? ਇਹ PSPCL ਦੀ ਮੈਨੇਜਮੈਂਟ ਅਤੇ ਉਹਨਾਂ ਦਾ ਇੰਪਲੋਈਜ਼ ਦਾ ਇਹ ਡਿਊਟੀ ਬਣਦੀ ਹੈ ਕਿ ਇਹ 'ਤੇ ਠੀਕ ਕਰੋ। ਇਹ ਕਹੋ ਜੀ ਵੀ ਪੋਲੀਟੀਸ਼ੀਅਨ ਨਹੀਂ ਕਰਨ ਦਿੰਦੇ, ਇਕੱਲੀ ਇੰਨੀ ਗੱਲ ਨਾਲ ਤਾਂ ਜਿਹੜਾ ਸਰਦਾ ਨਹੀਂ ਹੈਗਾ। ਅਤੇ ਮੈਂ ਗੱਲ ਕਰ ਰਿਹਾ ਸੀ ਫਿਕਸ ਚਾਰਜਸ ਦੀ, ਕਿ ਇਕੱਲੇ ਪ੍ਰਾਈਵੇਟ IPP ਨੂੰ ਨਹੀਂ, ਇਹ ਸੈਂਟਰਲ ਸੈਕਟਰ 'ਤੇ ਆਹ ਵੀ PSPCL ਦਾ ਕਾਗਜ਼ ਹੈ। ਇਹਦੇ ਵਿੱਚ ਆਹ ਦੇਖੋ 1112 ਕਰੋੜ ਰੁਪਈਆ ਜੇ 3 IPP ਨੂੰ ਦਿੱਤੇ, 279 ਕਰੋੜ ਪਿਛਲੇ ਸਾਲ ਅਸੀਂ ਸੈਂਟਰਲ ਸੈਕਟਰ ਨੂੰ ਵੀ ਦਿੱਤੇ, 474 ਕਰੋੜ ਰੁਪਏ ਸਟੇਟ ਦੇ ਆਪਣੇ ਥਰਮਲ ਪਲਾਂਟ ਨੂੰ ਵੀ ਬਗੈਰ ਬਿਜਲੀ ਦੇ ਜਿਹੜੇ ਹੈ ਉਹ ਚਾਰਜਸ ਜਿਹੜੇ ਹੈ ਸਾਨੂੰ ਸਹਿਣੇ ਪਏ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਇਫੈਕਟ ਕੀ ਹੁੰਦਾ, ਉਹ ਬਿੱਲਾਂ 'ਚ ਜਾਂਦਾ, ਬਿਜਲੀ ਮਹਿੰਗੀ ਹੁੰਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕੱਢਣਾ ਸਾਡੇ ਲਈ ਜ਼ਰੂਰੀ ਹੈ, ਤਾਂ ਹੀ ਸਾਡੇ ਪੰਜਾਬ ਦੇ ਲੋਕਾਂ ਨੂੰ ਉਹ ਬਿਜਲੀ ਸਸਤੀ ਮਿਲੇਗੀ। ਅਤੇ ਇੱਕ ਮੈਂ ਗੱਲ ਇਹ ਬੜੀ ਇੰਪੋਰਟੈਂਟ ਹੈ ਬਹੁਤ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਕਿ ਜੇ 400,000 ਮੈਗਾਵਾਟ ਪਾਵਰ ਹੈ, ਗੱਲ ਹੋ ਰਹੀ ਵੀ ਇਹ ਕੈਂਸਲ ਕਰ ਦਿਓ ਜਾਂ ਉਹ ਕਰ ਦਿਓ। ਦੇਖੋ, ਇਹ ਪਾਵਰ ਪਰਚੇਜ਼ ਐਗਰੀਮੈਂਟ ਇਹਨਾਂ ਨੂੰ 6-7 ਸਾਲ ਹੋ ਗਏ ਆਪਰੇਸ਼ਨਲਾਈਜ਼ ਹੋਏ, ਅਤੇ ਜੇ 4000 ਮੈਗਾਵਾਟ ਪਾਵਰ ਸਪੋਜ਼ ਅਸੀਂ ਬੰਦ ਕਰ ਦਈਏ, ਫॉर ਡਿਸਕਸ਼ਨ ਸੇਕ ਬੰਦ ਕਰ ਦਈਏ, ਅਤੇ ਉਹ ਪਾਵਰ ਕਿੱਥੋਂ ਆਏਗੀ ਜੀ? ਤਲਵੰਡੀ ਸਾਬੋ ਦੀ 1 ਯੂਨਿਟ ਬੰਦ ਰਹੀ ਐਤਕੀ, ਅਤੇ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ। ਜੇ 4000 ਮੈਗਾਵਾਟ ਸਡਨਲੀ ਪਾਵਰ ਜਿਹੜੀ ਹੈ ਉਹ ਸਿਸਟਮ 'ਚੋਂ ਚਲੀ ਗਈ, ਉਹ ਪਾਵਰ ਕਿੱਥੋਂ ਅਰੇਂਜ ਹੋਏਗੀ? ਇਹ ਤਾਂ ਇੱਕ ਵਾਜਬ ਸਵਾਲ ਨੇ। ਇਹ ਤਾਂ ਕੋਈ ਇਹ ਕੋਈ ਬੱਚਿਆਂ ਵਾਲਾ ਖੇਲ ਨਹੀਂ ਹੈ ਵੀ ਐਡੀ ਵੱਡੀ ਸਟੇਟਮੈਂਟ ਦੇ ਦਿਓ ਕਿ ਜੀ ਇਹ ਪਾਵਰ ਬੰਦ ਕਰ ਦਿਓ, ਅਤੇ ਫਿਰ ਜੋ ਹਾਲ ਹੋਏਗਾ ਪੰਜਾਬ ਦਾ ਉਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇੱਕ ਚੀਜ਼। ਦੂਜੀ ਚੀਜ਼, ਸਪੋਜ਼ ਅਸੀਂ ਕਿਤੇ ਪਾਵਰ ਅਰੇਂਜ ਵੀ ਕਰ ਲਈ ਲਓ, ਅਤੇ ਪਾਵਰ ਜਿਹੜੀ ਗ੍ਰਿਡ ਤੋਂ ਆਏਗੀ, ਕਿਹਾ ਜਾਂਦਾ ਹੈ ਕਿ ਗ੍ਰਿਡ ਵਿੱਚ ਬਿਜਲੀ ਸਸਤੀ ਹੈ। ਗ੍ਰਿਡ ਵਿੱਚ ਬਿਜਲੀ ਜਿਹੜੀ ਹੈ ਉਹ ਜਿੱਦਾਂ ਸ਼ੇਅਰ ਮਾਰਕੀਟ 'ਚ ਹੁੰਦੀ ਹੈ ਨਾ, ਉਸ ਤਰ੍ਹਾਂ ਹੈ। ਪੀਕ ਲੋਡ 'ਚ ਅੱਜ ਵੀ 16, 17, 18 ਰੁਪਏ ਤੱਕ ਵੀ ਬਿਜਲੀ ਜਿਹੜੀ ਹੈ ਉਹਦਾ ਰੇਟ ਹੁੰਦਾ। ਤੁਹਾਨੂੰ ਯਾਦ ਹੋਣਾ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਜਦੋਂ ਪਾਵਰ ਸ਼ਾਰਟੇਜ ਹੋਈ ਸੀ, ਪਾਵਰ ਕੱਟ ਲੱਗੇ ਸੀਗੇ, ਅਖਬਾਰਾਂ 'ਚ ਤੁਸੀਂ ਬਿਆਨ ਪੜ੍ਹੇ ਹੋਣੇ ਹੈ ਕਿ 12, 13, 14 ਰੁਪਏ ਤੱਕ ਵੀ PSPCL ਨੂੰ ਬਿਜਲੀ ਖਰੀਦਣੀ ਪਈ ਜਦੋਂ 1 ਯੂਨਿਟ ਤਲਵੰਡੀ ਸਾਬੋ ਦਾ ਬੰਦ ਹੋਇਆ। ਜੇ ਕਿਤੇ ਹੋਰ ਪਲਾਂਟ ਬੰਦ ਹੋਏ ਤਾਂ ਫਿਰ ਕਿਸ ਰੇਟ 'ਤੇ ਬਿਜਲੀ ਆਏਗੀ, ਕੀ ਹਾਲ ਹੋਏਗਾ ਫਾਈਨੈਂਸਿਸ ਦਾ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸੋ ਮੇਰੀ ਜਿਹੜੀ ਹੈ ਸਾਡੇ ਫੋਰਮ ਦੀ ਰਿਕੁਐਸਟ ਹੈ ਕਿ ਜੋ ਅਸੀਂ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਇਹਨੂੰ ਰਿਵਰਸ ਕਰੋ, ਗੌਰਮੈਂਟ ਸੈਕਟਰ ਨੂੰ ਤਕੜਾ ਕਰੋ,
ਉਹਦੇ ਨਾਲ ਹੀ ਪੰਜਾਬ ਦੇ ਲੋਕਾਂ ਦਾ ਹਿੱਤ ਜਿਹੜਾ ਹੈਗਾ ਉਹ ਬਾਚਿਆ ਜਾ ਸਕਦਾ ਹੈ। ਸੋ ਇਹ ਮੈਂ ਆਪਣੀ ਗੱਲ ਜਿਹੜੀ ਹੈ ਉਹ ਮੈਂ ਕਹਿਣਾ ਚਾਹੁੰਦਾ ਸੀਗਾ ਜੀ। ਹੋਰ ਕੋਈ ਚੀਜ਼ ਦੀ ਹਾਂਜੀ ਇਹ ਜਿਹੜਾ ਮਤਲਬ ਟੋਟਲ ਪਾਵਰ ਪੈਕੇਜ ਹੈ ਨਾ, ਇੱਕ ਸਾਡੀ ਆਪਣੀ ਜਨਰੇਸ਼ਨ ਹੈ, ਇੱਕ ਸਾਨੂੰ ਸਟੇਟ ਸੈਂਟਰਲ ਸੈਕਟਰ ਦੀ ਲੌਂਗ ਟਰਮ PPA ਨੇ, ਇੱਕ ਫਿਰ ਅਸੀਂ ਕੋਈ ਬੈਂਕਿੰਗ ਕਰ ਲੈਂਦੇ ਹਾਂ, ਫਿਰ ਅਸੀਂ ਕੋਈ ਸ਼ਾਰਟ ਟਰਮ ਟੈਂਡਰ ਕਰ ਲੈਂਦੇ ਹਾਂ ਹੈ ਨਾ। ਉਹ ਤੋਂ ਬਾਅਦ ਵੀ ਐਕਸਚੇਂਜ 'ਚ ਬਿਜਲੀ ਹੁੰਦੀ ਹੈ ਜੀ ਹੈ ਨਾ, ਵੀ ਗ੍ਰਿਡ ਐਕਸਚੇਂਜ 'ਚ ਉਹਦੇ ਵਿੱਚ ਐਕਸਚੇਂਜ ਦਾ ਮਤਲਬ ਤਾਜ਼ਾ ਰੇਟ ਹੁੰਦਾ ਹੈ। ਉਹ ਜੇ ਕੋਈ ਸ਼ਾਰਟਫਾਲ ਹੈ, ਜੇ ਤੁਹਾਨੂੰ ਠੀਕ ਲੱਗਦੀ ਹੈ, ਕਦੇ ਕਈ ਵਾਰ ਹੁੰਦਾ ਵੀ 2.5 ਪੌਣੇ 3 ਵੀ ਹੈ, ਕਈ ਵਾਰ ਲੇਟ ਮਤਲਬ ਡੇਲੀ ਉਹਦਾ ਮਤਲਬ ਜਿੱਦਾਂ ਸ਼ੇਅਰ ਮਾਰਕੀਟ ਦਾ ਪ੍ਰਾਈਸ ਨਹੀਂ ਫਲਕਚੁਏਟ, ਰੀਅਲ ਟਾਈਮ ਰੇਟ ਹੁੰਦਾ। ਉਹ 'ਚ ਜੇ ਕੋਈ ਘਾਟ ਹੈ, ਜੇ ਤੁਹਾਨੂੰ ਮੁਨਾਫਾ ਹੈ ਕਿ ਬਹੁਤ ਸਸਤੀ ਹੈ, ਤੇ ਤੁਸੀਂ ਉਹਨੂੰ ਉੱਥੋਂ ਰੇਟ ਲੈ ਸਕਦੇ। ਆਹ ਸਿਸਟਮ 15 ਮਿੰਟ ਦਾ ਬਲੌਕ ਤੁਸੀਂ ਨੇ ਗੱਲ ਕਹੀ ਆ, ਤੁਸੀਂ ਕੀ ਕਹਿ ਰਹੇ ਹੋ ਕਿ ਪ੍ਰਾਈਵੇਟ ਸਰਵਿਸ ਨੂੰ ਖਰੀਦਣਾ ਚਾਹੀਦਾ? ਹਾਂਜੀ ਜੀ, ਮਤਲਬ ਉਹ ਖਰੀਦ ਲੈ ਗਵਰਨਮੈਂਟ ਆਪਣੇ ਓਨਰਸ਼ਿਪ ਚੇਂਜ ਕਰੇ ਜੀ। ਮੇਨ ਇਹ ਹੈ ਕੈਂਸਲੇਸ਼ਨ ਇਜ਼ ਨਾਟ ਦਾ ਸੋਲੂਸ਼ਨ, ਅਕਰਿੰਗ ਇਜ਼ ਦਾ ਸੋਲੂਸ਼ਨ। ਇਹ ਹੈ ਸਾਡੀ ਕਹਿਣ। ਸਰ ਜੇ PSPCL ਉਹ ਖਰੀਦਣ ਨੂੰ ਤਿਆਰ ਹੈਗੀ ਸੀ, ਪਰ ਉਹਨੇ ਆਪਣਾ 500 ਕਰੋੜ ਬੈਡ ਉੱਥੇ ਵੇਚਿਆ ਜਿਹਦੇ ਤੇ ਪੈਸੇ ਲਾ ਚੁੱਕੇ ਸੀ, ਤੇ ਉਹੀ ਜ਼ਮੀਨ ਵੇਲੀ ਕੀਤੀ ਹੈ ਬਠਿੰਡੇ ਵਾਲੇ ਨੇ। ਹਾਂ ਉਹੀ ਉਹ ਪੈਸੇ ਤਕਰੀਬਨ ਉਹ 20,000 ਜ਼ਮੀਨ ਨੂੰ ਪੈਸੇ ਵੇਚ ਕੇ ਤੇ ਕਰ ਸਕਦੇ ਸੀ। 20,000 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਨਹੀਂ ਸਰ, ਪ੍ਰਾਪਰਟੀ ਬਠਿੰਡਾ ਜਿਹੜੀ ਪ੍ਰਾਪਰਟੀ ਗਈ ਉਹ ਤਾਂ ਗਈ, ਜਿਹੜੀ ਨਹੀਂ ਪ੍ਰਾਪਰਟੀ ਜ਼ਮੀਨ ਤਾਂ ਇਹਨਾਂ ਦਾ ਹੈਗੀ ਕੁਐਸਚਨ ਮੈਂ ਤੁਹਾਡਾ ਇੱਕ ਉਹਨਾਂ ਦਾ ਕੁਐਸਚਨ ਤੁਹਾਡੀ ਕੁਐਸਚਨ ਦੀ